ਤੁਹਾਨੂੰ ਵੀ ਲੱਗਦਾ ਕਿਤੇ ਨਾ ਕਿਤੇ ਕਿ ਕੈਪਟਨ ਸਰਕਾਰ ਆਪਣੇ ਕੰਮਾਂ ਦੇ ਵਿੱਚ ਨਾਕਾਮਯਾਬ ਰਹੀ ਹੈ 3 ਸਾਲਾਂ ਦੇ ਵਿੱਚ? ਕੋਰੋਨਾ ਵਾਇਰਸ ਦੇ ਦੌਰਾਨ ਇੰਨੀ ਸ਼ਰਾਬ ਦੀ ਵਿਕਰੀ ਹੋਈ ਹੈ, ਇੰਨੀ ਖਪਤ ਹੋਈ ਹੈ, ਉਹਦਾ ਜ਼ਿੰਮੇਵਾਰ ਕੌਣ ਹੈ? ਹੁਣ ਜੇ ਛਾਪੇਮਾਰੀ ਹੋ ਰਹੀ ਹੈਗੀ ਆ ਜਾਂ ਜਿਹੜੀ ਉਹਦੀ ਕੁੰਡੀ ਟਾਈਟ ਹੋ ਰਹੀ ਆ ਤਾਂ ਬੇਸਿਕਲੀ ਮੈਂ ਹੀ ਸਭ ਤੋਂ ਪਹਿਲਾਂ ਬੀਇੰਗ ਈਵਨ ਐਮਐਲਏ ਆਫ ਦਾ ਗਵਰਨਮੈਂਟ ਮੈਂ ਹੀ ਇਹ ਗੱਲਾਂ ਕਹੀਆਂ ਹੈਗੀਆਂ। ਫਿਰ ਕੈਪਟਨ ਸਾਹਿਬ ਨੂੰ ਬਾਰ-ਬਾਰ ਇਹ ਕਹਿਣਾ ਨਹੀਂ ਸੀ ਚਾਹੀਦਾ ਕਿ ਸ਼ਰਾਬ ਦੀ ਵਿਕਰੀ ਜਿਹੜੀ ਉਹ ਸਟਾਰਟ ਕਰਨੀ ਚਾਹੀਦੀ ਹੈ, ਕਿਤੇ ਨਾ ਕਿਤੇ ਜਿਹੜੀ ਖਜ਼ਾਨੇ ਦੇ ਵਿੱਚ ਕਮੀ ਆ ਰਹੀ ਹੈ? ਮੈਂ ਤਾਂ ਹਰ ਬੰਦੇ ਕੋਲੋਂ ਸਲਾਹ ਵੀ ਲੈ ਲੈਣਾ ਹੁੰਦਾ ਕਿਉਂਕਿ ਹਰ ਬੰਦੇ ਦੀ ਆਪਣੀ ਫੀਲਿੰਗ ਆ, ਉਹਦਾ ਇੱਕ ਤਜਰਬਾ ਹੈਗਾ, ਤੁਹਾਡਾ ਆਪਣਾ ਤਜਰਬਾ ਹੈਗਾ। ਤੁਹਾਡੇ ਕੋਲ ਕੋਈ ਸਰਕਾਰ ਨੂੰ ਚਲਾਉਣ ਲਈ ਚੰਗੀ ਚੀਜ਼ ਆ, ਮੈਨੂੰ ਲੱਗਦਾ ਪੁੱਛਣੀ ਚਾਹੀਦੀ ਹੈਗੀ ਆ। ਆਪੋਜੀਸ਼ਨ ਪਾਰਟੀ ਦਾ ਕਹਿਣਾ ਕਿ ਕੈਪਟਨ ਸਾਹਿਬ ਨੂੰ ਵੀ ਚਾਹੀਦਾ ਸੀ ਕਿ ਲੋਕਾਂ ਦੇ ਵਿੱਚ ਥੋੜਾ ਜਿਹਾ ਵਿਚਰਦੇ, ਲੋਕਾਂ ਦਾ ਹਾਲ ਚਾਲ ਪੁੱਛਦੇ, ਤੇ ਕੈਪਟਨ ਸਾਹਿਬ ਸਿਰਫ ਕਾਨਫਰੰਸ ਕਰਦੇ ਸੀਗੇ ਤੇ ਆਦੀ ਗੱਲ ਰੱਖ ਦਿੰਦੇ ਸੀ। ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੈਪਟਨ ਸਾਹਿਬ ਜੰਗਲਾਂ 'ਚ ਤਾਂ ਨਹੀਂ ਰਹਿੰਦੇ ਸੀ। ਨੌਕਰੀ ਜਿਹੜੀ ਆ ਨੌਜਵਾਨਾਂ ਨੂੰ ਜ਼ਰੂਰ ਮਿਲੇਗੀ। ਕੀ ਲੱਗਦਾ ਕਿ ਇਹ ਸਕਸੈਸਫੁਲ ਹੋ ਪਾਏਗੀ ਜਾਂ ਨਹੀਂ? ਸਤਿ ਸ਼੍ਰੀ ਅਕਾਲ, ਟਰੂਸਕੋਪ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੀਰਤੀ। ਤੇ ਸਾਰੇ ਜਾਣਦੇ ਜਿਵੇਂ ਜਿਵੇਂ ਕਰੋਨਾ ਵਾਇਰਸ ਦਾ ਕਰੋਪ ਦਿਨ ਪਰ ਦਿਨ ਵੱਧਦਾ ਜਾ ਰਿਹਾ, ਤੇ ਉਸੇ ਤਰ੍ਹਾਂ ਜੇ ਅਸੀਂ ਸਿਆਸਤ ਗਲਕਾਰਿਆਂ ਦੀ ਗੱਲ ਕਰੀਏ ਤੇ ਉਹ ਵੀ ਭੱਖ ਦੇ ਮੁੱਦੇ ਜਿਹੜੇ ਨੇ ਨਜ਼ਰ ਆਉਂਦੇ ਨੇ। ਕਿਤੇ ਨਾ ਕਿਤੇ ਜਦੋਂ ਦੇਖਿਆ ਜਾਂਦਾ ਸਰਕਾਰ ਕਦੇ-ਕਦੇ ਆਪਦੇ ਹੀ ਮਿਨਿਸਟਰਾਂ ਨੂੰ ਮਨਾਉਂਦੀ ਨਜ਼ਰ ਆਉਂਦੀ ਹੈ, ਤੇ ਕਿਤੇ ਨਾ ਕਿਤੇ ਜਦੋਂ ਦੂਸਰੇ ਪਾਸੇ ਦੇਖਦੇ ਹਾਂ ਕਿ ਇੱਕ ਦੂਜੀ ਧਿਰ ਇੱਕ ਦੂਸਰੇ ਤੇ ਐਡੇ ਕੁ ਵਾਰ ਕਰਦੀ ਹੈ ਕਿ ਕਿਸੇ ਨੂੰ ਸ਼ਾਇਦ ਕਰੋਨਾ ਵਾਇਰਸ ਦਾ ਅਸਰ ਜਿਹੜਾ ਬਹੁਤ ਘੱਟ ਨਜ਼ਰ ਆਉਂਦਾ ਦਿਖਾਈ ਵੀ ਦਿੰਦਾ ਹੈ। ਤੇ ਬਾਕੀ ਅਸੀਂ ਅੱਜ ਸਰਦਾਰ ਪ੍ਰਗਟ ਸਿੰਘ ਹੋਰਾਂ ਐਮਐਲਏ ਜਿਹੜੇ ਕੈਂਟ ਦੇ ਨੇ, ਜਲੰਧਰ ਕੈਂਟ ਦੇ, ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਉਹ ਕੀ ਚਾਹੁੰਦੇ ਨੇ ਤੇ ਕੀ ਕਰਨਾ ਚਾਹੁੰਦੇ, ਕਿਉਂਕਿ ਬਹੁਤ ਸਾਰੀਆਂ ਚਿੱਠੀ ਇਹਨਾਂ ਨੇ ਵੀ ਚਿੱਠੀ ਲਿਖੀ ਸੀ, ਇਹਨਾਂ ਦੀ ਚਿੱਠੀ ਦਾ ਕੀ ਜਵਾਬ ਹਜੇ ਤੱਕ ਆਇਆ ਜਾਂ ਨਹੀਂ ਆਇਆ। ਤੇ ਦੂਸਰੇ ਪਾਸੇ ਸਭ ਤੋਂ ਪੱਖ ਦਾ ਮਸਲਾ ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਦਾ, ਉਹ ਸਾਰੇ ਜਾਣਦੇ ਨੇ ਕਿ ਉਹਨਾਂ ਨੇ ਆਪਣਾ ਇੱਕ ਚੈਨਲ ਬਣਾਇਆ ਜਿੱਤੇਗਾ ਪੰਜਾਬ। ਉਹਦੀ ਕੀ ਜ਼ਰੂਰਤ ਸੀਗੀ ਉਹ ਵੀ ਜਾਣਨ ਦੀ, ਕਿਉਂਕਿ ਬਹੁਤ ਕਰੀਬੀ ਦੋਸਤ ਰਹਿ ਚੁੱਕੇ ਨੇ ਉਹਨਾਂ ਦੇ ਤੇ ਹੈ ਵੀ ਹਜੇ ਵੀ। ਸੋ ਗੱਲ ਕਰਦੇ। ਸਤਿ ਸ਼੍ਰੀ ਅਕਾਲ ਸਰ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ। ਪਰ ਜੇ ਅਸੀਂ ਸਰਦਾਰ ਪ੍ਰਗਟ ਸਿੰਘ ਜੀ ਦੇ ਨਾਲ ਗੱਲ ਕਰਨੀ ਚਾਹੀਏ, ਕਿਉਂਕਿ ਬੜਾ ਕਰੀਬੀ ਰਿਸ਼ਤਾ ਮੰਨਿਆ ਜਾਂਦਾ ਤੁਹਾਡਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ, ਕਿ ਇੱਕ ਤੁਸੀਂ ਕੱਲ ਵੀ ਮੈਂ ਤੁਹਾਡੀ ਇੱਕ ਇੰਟਰਵਿਊ ਸੁਣ ਰਹੀ ਸੀ ਤੇ ਉੱਥੇ ਤੁਸੀਂ ਇਹ ਜਵਾਬ ਦਿੱਤਾ ਸੀਗਾ ਕਿ ਸਾਡੀ ਕੋਈ ਲੜਾਈ ਨਹੀਂ ਸਰਕਾਰ ਦੇ ਨਾਲ, ਪਰ ਸਾਡੀ ਇਹ ਕਿ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਸਿਸਟਮ ਦੇ ਵਿੱਚ ਚੇਂਜ ਹੋਣਾ ਚਾਹੀਦਾ ਹੈ। ਤੇ ਉਹੀ ਕਹਿਣਾ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਵੀ ਹੈ। ਪਰ ਉਹਨਾਂ ਨੇ ਇੱਕ ਆਪਣਾ ਵੱਖਰਾ ਮੀਡੀਅਮ ਮਾਧਿਅਮ ਬਣਾ ਲਿਆ ਜਿੱਤੇਗਾ ਪੰਜਾਬ, ਤੇ 18 ਮਾਰਚ ਨੂੰ ਉਹ ਇਹ ਗੱਲ ਕਹਿੰਦੇ ਆ ਕਿ ਧਰਮ ਯੁੱਧ ਐਲਾਨ ਕਰ ਦਿੱਤਾ, ਧਰਮ ਯੁੱਧ ਹੋਏਗਾ। ਤੇ ਇਹ ਫਿਰ ਕਿਹੜੀ ਲੜਾਈ ਹੈ? ਨਹੀਂ ਦੇਖੋ, ਲੜਾਈ ਹਮੇਸ਼ਾ ਇਸ਼ੂਜ਼ ਦੀ ਲੜਾਈ ਰਹਿੰਦੀ ਆ, ਕਿਉਂਕਿ ਇਸ਼ੂਜ਼ ਤੋਂ ਬਿਨਾਂ ਲੜਾਈ ਨਹੀਂ ਹੁੰਦੀ, ਕਿਉਂਕਿ ਲੌਜਿਕ ਉਹਦੇ ਪਿੱਛੇ ਹੋਣਾ ਚਾਹੀਦਾ, ਇਸ਼ੂਜ਼ ਹੋਣੇ ਚਾਹੀਦੇ ਆ। ਉਹ ਹੀ ਡੈਮੋਕ੍ਰੇਸੀ ਦੀ ਬਿਊਟੀ ਹੈ। ਤੇ ਉਸ ਹੀ ਡੈਮੋਕ੍ਰੇਸੀ ਨੂੰ ਅਸੀਂ ਸਮਰਪਿਤ ਹੈਗੇ ਆ ਕਿ ਜਿਹੜੀਆਂ ਚੰਗੀਆਂ ਚੀਜ਼ਾਂ ਹੈਗੀਆਂ ਉਹ ਸਿਸਟਮ ਦੇ ਵਿੱਚ ਲੈ ਕੇ ਆਉਣੀਆਂ ਚਾਹੀਦੀਆਂ, ਤਾਂ ਕਿ ਜਿਹੜਾ ਪੰਜਾਬ ਆ ਫਾਈਨੈਂਸ਼ੀਅਲੀ ਜਾਂ ਹੋਰ ਐਂਗਲ ਤੋਂ ਕਿਤੇ ਨਾ ਕਿਤੇ ਥੱਲੇ ਜਾ ਰਿਹਾ, ਉਹਨੂੰ ਕਿਤੇ ਨਾ ਕਿਤੇ ਰੋਕ ਕੇ ਤੇ ਦੁਬਾਰਾ ਉਹਨੂੰ ਆਪਣੀਆਂ ਲੀਹਾਂ ਤੇ ਤੋਰਨ ਦੀ ਜ਼ਰੂਰਤ ਹੈਗੀ ਆ। ਸੋ ਉਹ ਲੜਾਈ ਜਿਹੜੀ ਆ ਉਹ ਨਿਰੰਤਰ ਰਹਿੰਦੀ ਹੈਗੀ ਹੈ ਜੀ। ਪਰ ਕੀ ਲੱਗਦਾ ਤੁਹਾਨੂੰ ਕਿ ਇੱਕ ਪਾਸੇ ਸਰਕਾਰ ਜਿਹੜੇ ਬਹੁਤ ਉਪਰਾਲੇ ਕਰ ਰਹੀ, ਮਤਲਬ ਤੁਹਾਨੂੰ ਵੀ ਲੱਗਦਾ ਕਿਤੇ ਨਾ ਕਿਤੇ ਕਿ ਕੈਪਟਨ ਸਰਕਾਰ ਆਪਣੇ ਕੰਮਾਂ ਦੇ ਵਿੱਚ ਨਾਕਾਮਯਾਬ ਰਹੀ ਹੈ 3 ਸਾਲਾਂ ਦੇ ਵਿੱਚ, ਜਿਸ ਹਿਸਾਬ ਨਾਲ ਤੁਸੀਂ ਕਹਿੰਦੇ ਕਿ ਉਹਨਾਂ ਨੂੰ ਲੜਾਈ ਜਿਹੜੀ ਉਹ ਨਿਰੰਤਰ ਚੱਲਦੀ ਰਹਿਣੀ ਚਾਹੀਦੀ ਪੰਜਾਬ ਨੂੰ ਲੀਹਾਂ ਤੇ ਲੈ ਕੇ ਆਉਣ ਦੇ ਲਈ? ਦੇਖੋ ਮੈਂ ਤਾਂ ਬੇਸਿਕਲੀ ਦੇਖੋ ਕਈ ਚੀਜ਼ਾਂ ਹੁੰਦੀਆਂ, ਇੱਕ ਆਨਗੋਇੰਗ ਪ੍ਰੋਸੈਸ ਹੁੰਦੇ ਆ, ਇੱਕ ਹੁੰਦੇ ਆ ਕੋਈ ਸਪੈਸ਼ਲ ਜਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਰਨ ਦੀ ਕਪੈਸਿਟੀ 'ਚ ਹੁੰਦੇ ਆ ਪਰ ਨਹੀਂ ਕਰਦੇ। ਮੈਂ ਤਾਂ ਉਹਦੇ ਲਈ ਚਿੱਠੀ, ਦੇਖੋ ਮੈਂ ਕੋਈ ਕਦੀ ਵੀ ਪੋਲੀਟੀਕਲ ਐਂਗਲ ਨਾਲ ਸਟੇਟਮੈਂਟ ਨਹੀਂ ਦਿੰਦਾ ਹੁੰਦਾ। ਮੈਂ ਤਾਂ ਪਹਿਲਾਂ ਘਰੇ ਬਹਿ ਕੇ ਕਹਿੰਦਾ, ਫਿਰ ਕੋਈ ਸੀਕ੍ਰੇਟ ਚਿੱਠੀ ਵੀ ਲਿਖ ਦਿੱਤੀ ਆ, ਫਿਰ ਜੇ ਨਹੀਂ ਸੁਣਦਾ ਤਾਂ ਫਿਰ ਪਬਲਿਕ ਪਲੇਟਫਾਰਮ 'ਤੇ ਵੀ ਲੈ ਆਈਦਾ ਵੀ ਅਸਲੀ ਗੱਲ ਆ ਹੈਗੀ ਆ, ਇਹ ਸਾਨੂੰ ਕਰਨ ਦੀ ਜ਼ਰੂਰਤ ਹੈ। ਅੱਜ ਵੀ ਜੇ ਮੈਨੂੰ ਸੱਦਦੇ ਵੀ ਆ, ਤੁਸੀਂ ਅਗਲਾ ਸਵਾਲ ਪੁੱਛਣਾ ਸੀਗਾ ਵੀ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਫਿਰ ਲੰਚ ਡਿਪਲੋਮੇਸੀ 'ਤੇ ਵੀ ਗਏ ਸੀ। ਸਾਡੇ ਚੀਫ ਮਿਨਿਸਟਰ ਹੈ, ਮੈਂ ਜਾਊਂਗਾ ਜ਼ਰੂਰ ਜਦੋਂ ਵੀ ਮੈਨੂੰ ਜ਼ਰੂਰਤ ਪਵੇ ਜਾਂ ਉਹਨਾਂ ਨੂੰ ਕਿਸੇ ਗੱਲ ਦੀ ਜ਼ਰੂਰਤ ਪਵੇ, ਮੈਂ ਜਾਣਾ। ਲੰਚ ਡਿਪਲੋਮੇਸੀ ਤੁਸੀਂ ਸਟਾਰਟ ਕਰ ਦਿੱਤੀ ਇਸੇ ਤੇ ਕੱਲ ਸੁਖਬੀਰ ਬਾਦਲ ਹੋਰਾਂ ਨੇ ਵੀ ਸਟੇਟਮੈਂਟ ਦਿੱਤੀ ਥੋੜੇ ਟਾਈਮ ਪਹਿਲਾਂ ਕਿ 5600 ਕਰੋੜ ਦਾ ਜਿਹੜਾ ਘਪਲਾ ਸ਼ਰਾਬ ਘੁਟਾਲਾ ਨੂੰ ਲੈ ਕੇ ਹੋਇਆ, ਉਹ ਜਿਹੜਾ ਸਕੱਤਰ ਨੇ ਮੁੱਖ ਸਕੱਤਰ ਨੇ ਕਰਨ ਅਵਤਾਰ ਸਿੰਘ, ਉਹ ਆਪਸ ਦੇ ਵਿੱਚ ਮਿਨਿਸਟਰ ਦਾ ਸਮਝੌਤਾ ਕਰਾਇਆ ਉਹਨਾਂ ਨੇ ਇਸ ਲਈ ਕਿ ਇਹਦੇ ਤੇ ਪਰਦਾ ਪਾਇਆ ਜਾ ਸਕੇ। ਇਹ ਕਿੰਨਾ ਕੁ ਸੱਚ ਹੈ? ਮੇਰੀ ਬੇਸਿਕ ਪ੍ਰੋਬਲਮ ਕੀ ਆ ਕਿ ਅਸੀਂ ਜੋ ਜੈਨੂਅਨ ਗੱਲ ਹੈਗੀ ਆ, ਮੈਂ ਐਕਸਾਈਜ਼ ਪਾਲਿਸੀ ਤੇ ਪਹਿਲਾਂ ਸ਼ੁਰੂ ਤੋਂ ਹੀ ਗੱਲ ਕਰਦਾ ਆਇਆ।
ਮਾਈਨਿੰਗ ਪਾਲਿਸੀ ਤੇ ਜ਼ਰੂਰ ਗੱਲ ਕਰੋਨਾ ਵਾਇਰਸ ਦੇ ਦੌਰਾਨ ਇੰਨੀ ਸ਼ਰਾਬ ਦੀ ਵਿਕਰੀ ਹੋਈ ਹੈ, ਇੰਨੀ ਖਪਤ ਹੋਈ ਹੈ, ਉਹਦਾ ਜ਼ਿੰਮੇਵਾਰ ਕੌਣ ਹੈ? ਦੇਖੋ ਉਹਦੇ ਲਈ ਮੈਂ ਸਭ ਤੋਂ ਪਹਿਲਾਂ ਮੈਂ ਹੀ ਪ੍ਰੈਸ 'ਚ ਜਾ ਕੇ ਕਿਹਾ ਪਿਆ ਹੋਇਆ ਹੈਗਾ, ਆਹ ਹੋ ਰਿਹਾ ਹੈਗਾ। ਹੁਣ ਜੇ ਛਾਪੇਮਾਰੀ ਹੋ ਰਹੀ ਹੈਗੀ ਆ ਜਾਂ ਜਿਹੜੀ ਉਹਦੀ ਕੁੰਡੀ ਟਾਈਟ ਹੋ ਰਹੀ ਆ ਤਾਂ ਬੇਸਿਕਲੀ ਮੈਂ ਹੀ ਸਭ ਤੋਂ ਪਹਿਲਾਂ ਬੀਇੰਗ ਈਵਨ MLA ਆਫ ਦਾ ਗਵਰਨਮੈਂਟ ਮੈਂ ਹੀ ਇਹ ਗੱਲਾਂ ਕਹੀਆਂ ਹੈਗੀਆਂ। ਬੇਸਿਕਲੀ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਆ, ਜਿਹੜੀ ਸਾਡੀ ਫੂਡ ਸਕੈਮ ਵਾਲਾ 31,000 ਕਰੋੜ ਰੁਪਈਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਮੈਂ ਇਨ ਰਾਈਟਿੰਗ ਦਿੱਤੀਆਂ ਵੀ ਇਹਦੇ 'ਤੇ ਆਪਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੈ। ਇਹਦੇ 'ਤੇ ਇਹ ਵੀ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਹੈ ਵੀ ਇਹਦੇ 'ਚੋਂ ਕਿਹੜਾ ਕੰਮ ਹੋ ਸਕਦਾ, ਕਿਹੜਾ ਨਹੀਂ ਹੋ ਸਕਦਾ, ਜੇ ਨਹੀਂ ਹੋ ਸਕਦਾ ਤਾਂ ਕਿਉਂ ਨਹੀਂ ਹੋ ਸਕਦਾ। ਸੋ ਇਸ ਕਰਕੇ ਆਪਾਂ ਇਹਨੂੰ ਕੰਮ ਤੇ ਲਾਈਏ ਤਾਂ ਕਿ ਜਿਹੜੀਆਂ ਚੰਗੀਆਂ ਚੀਜ਼ਾਂ ਆ ਉਹ ਪੰਜਾਬ ਲਈ ਕਰਕੇ ਤੇ ਪੰਜਾਬ ਨੂੰ ਦੁਬਾਰਾ ਰਿਵਾਈਵ ਜਿਹੜਾ ਕਰਨ ਵੱਲ ਤੋਰੀਏ। ਪਰ ਤੁਹਾਨੂੰ ਨਹੀਂ ਲੱਗਦਾ ਕਿ ਫਿਰ ਕੈਪਟਨ ਸਾਹਿਬ ਨੂੰ, ਮੌਜੂਦਾ ਸਰਕਾਰ ਆ, ਫਿਰ ਕੈਪਟਨ ਸਾਹਿਬ ਨੂੰ ਬਾਰ-ਬਾਰ ਇਹ ਕਹਿਣਾ ਨਹੀਂ ਸੀ ਚਾਹੀਦਾ ਕਿ ਸ਼ਰਾਬ ਦੀ ਵਿਕਰੀ ਜਿਹੜੀ ਉਹ ਸਟਾਰਟ ਕਰਨੀ ਚਾਹੀਦੀ ਹੈ, ਕਿਤੇ ਨਾ ਕਿਤੇ ਜਿਹੜੀ ਖਜ਼ਾਨੇ ਦੇ ਵਿੱਚ ਕਮੀ ਆ ਰਹੀ ਹੈ? ਮੈਂ ਤਾਂ ਜਿਹੜੀ ਗੱਲ, ਜਿੰਨਾ ਕੁ ਮੇਰਾ ਤਜਰਬਾ ਹੈਗਾ, ਜਿੰਨਾ ਕੁ ਮੇਰਾ ਦਿਮਾਗ ਕੰਮ ਕਰਦਾ, ਮੈਂ ਤਾਂ ਹਰ ਬੰਦੇ ਕੋਲੋਂ ਸਲਾਹ ਵੀ ਲੈ ਲੈਂਦਾ ਹੁੰਦਾ, ਕਿਉਂਕਿ ਹਰ ਬੰਦੇ ਦੀ ਆਪਣੀ ਫੀਲਿੰਗ ਆ, ਉਹਦਾ ਇੱਕ ਤਜਰਬਾ ਹੈਗਾ, ਤੁਹਾਡਾ ਆਪਣਾ ਤਜਰਬਾ ਹੈਗਾ। ਤੁਹਾਡੇ ਕੋਲ ਕੋਈ ਸਰਕਾਰ ਨੂੰ ਚਲਾਉਣ ਲਈ ਚੰਗੀ ਚੀਜ਼ ਆ, ਮੈਨੂੰ ਲੱਗਦਾ ਪੁੱਛਣੀ ਚਾਹੀਦੀ ਹੈਗੀ ਆ ਔਰ ਉਹਦੇ 'ਤੇ ਪਹਿਰਾ ਦੇਣਾ ਚਾਹੀਦਾ। ਔਰ ਮੈਂ ਹਮੇਸ਼ਾ ਇਸ ਗੱਲ 'ਤੇ ਕਾਇਮ ਰਹਿਣਾ, ਖੜਾ ਰਹਿਣਾ ਕਿ ਹਾਂ ਵੀ ਜਿਹੜੀਆਂ ਚੰਗੀਆਂ ਚੀਜ਼ਾਂ ਆ ਉਹਦੇ 'ਤੇ ਪਹਿਰਾ ਦਿਓ ਤਾਂ ਕਿ ਅਸੀਂ ਇਹ ਜਿਹੜੀਆਂ ਚੰਗੀਆਂ ਚੀਜ਼ਾਂ ਉਭਾਰ ਕੇ ਆਪਣੇ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਸਕੀਏ। ਨਵਜੋਤ ਸਿੰਘ ਸਿੱਧੂ ਹੋਰਾਂ ਨੇ 2 ਦਿਨ ਪਹਿਲਾਂ ਹੀ ਕਿਹਾ, ਤੁਸੀਂ ਕਿਹਾ ਵੀ ਸਾਡੀ ਲੜਾਈ ਇਸ ਨੂੰ ਲੈ ਕੇ ਕਿ ਪੰਜਾਬ ਮੁੜ ਲੀਹਾਂ ਤੇ ਆਵੇ। ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਮੈਂ ਆਜ਼ਾਦ ਹੋ ਚੁੱਕਾ, ਮੈਂ ਅਸਲੀ ਸਿੱਖ ਬਣ ਗਿਆ ਤੇ ਤੁਹਾਡਾ ਪਹਿਰੇਦਾਰ ਰਵਾਂਗਾ, ਹੁਣ ਤੁਹਾਡੇ ਹੱਕ ਦੀ ਲੜਾਈ ਲੜਾਂ। ਦੇਖੋ ਅਸੀਂ ਬੇਸਿਕਲੀ ਅਸੀਂ ਪੰਜਾਬ ਦੇ ਪਹਿਰੇਦਾਰ ਹਾਂ, ਪੰਜਾਬ ਨਾਲ ਖੜੇ ਹਾਂ, ਕਿਉਂਕਿ ਆਜ਼ਾਦ ਸੋਚ ਹੁੰਦੀ ਆ ਸਾਡੀ, ਹਮੇਸ਼ਾ ਆਜ਼ਾਦ ਸੋਚ ਰਹੀ ਆ, ਚਾਹੇ ਕਿਸੇ ਸਿਸਟਮ 'ਚ ਵੀ ਰਹੀਏ, ਲੇਕਿਨ ਕੰਮ ਚੰਗੇ ਲਈ ਖੜੇ ਹੋਣ ਦੀ ਜ਼ਰੂਰਤ ਹੈਗੀ ਆ। ਡੈਮੋਕ੍ਰੇਸੀ ਦੇ ਵਿੱਚ ਜੇ ਨਿਘਾਰ ਆਇਆ ਤੇ ਕਿਤੇ ਨਾ ਕਿਤੇ ਜਿਹੜਾ ਥਾਟ ਪ੍ਰੋਸੈਸ ਆ ਨਾ ਉਹ ਇੰਡੀਪੈਂਡੈਂਟ ਨਹੀਂ ਰਿਹਾ, ਕਹਿਣ ਦੀ ਜ਼ਰੂਰਤ ਨਹੀਂ ਰਹੀ। ਮੈਂ ਸਿਆਣੇ ਬੰਦੇ ਵੀ ਬਹੁਤ ਹੈਗੇ, ਇਮਾਨਦਾਰ ਬੰਦੇ ਵੀ ਬਹੁਤ ਹੈਗੇ ਆ, ਪਰ ਲੋਕਾਂ ਦੇ ਵਿੱਚ ਜਾ ਕੇ ਕਹਿਣ ਦੀ ਜ਼ਰੂਰਤ ਘੱਟ ਹੁੰਦੀ ਆ ਕਿ ਹਾਂ ਵੀ ਆਹ ਗੱਲ ਠੀਕ ਆ ਤੇ ਆਹ ਗੱਲ ਗਲਤ ਆ, ਤੇ ਇਹ ਹੈਗੀ ਆ। ਸੋ ਇਹਨੂੰ ਮੇਨਟੇਨ ਵੀ ਕਰਨਾ, ਲੇਕਿਨ ਇੱਕ ਡੈਕੋਰਮ ਦੇ ਤਹਿਤ ਮੇਨਟੇਨ ਕਰਨਾ, ਇੱਕ ਪ੍ਰੋਟੋਕੋਲ ਦੇ ਤਹਿਤ ਮੇਨਟੇਨ ਕਰਨਾ, ਤਾਂ ਕਿ ਅਸੀਂ ਇਹੋ ਜਿਹੀ ਗੱਲ ਵੀ ਨਾ ਕਰੀਏ ਜਿਹੜੀ ਕੱਲ੍ਹ ਨੂੰ ਤੁਸੀਂ ਮੈਨੂੰ ਕਿਉਂਕਿ ਤੁਸੀਂ ਆਪਣੀ ਪੁਰਾਣੀ ਵੀਡੀਓ ਕੱਢਣੀ, ਤੁਸੀਂ ਕਹਿਣਾ ਆਹ ਤੁਸੀਂ ਪਹਿਲਾਂ ਕਿਹਾ ਸੀਗਾ ਤੇ ਹੁਣ ਤੁਸੀਂ ਆਹ ਕਰ ਰਹੇ ਆ। ਮੈਂ ਆਪਣੇ ਲਫ਼ਾਜ਼ ਜਿਹੜੇ ਆ ਉਹਨੂੰ ਇੰਨਾ ਕੁ ਨਾਪ ਤੋਲ ਕੇ, ਕਿਉਂਕਿ ਜਦੋਂ ਮੈਨੂੰ ਇਹ ਕਰਨਾ ਪਿਆ, ਜਦੋਂ ਮੈਂ ਕਰਾਂ ਤੇ ਫਿਰ ਉਹਦੇ 'ਤੇ ਐਕਟ ਹੋਵੇ, ਉਹਦੇ 'ਤੇ ਕੰਮ ਹੋਵੇ। ਔਰ ਜਿਹੜਾ ਕੰਮ ਹੁੰਦਾ ਉਹ ਹਮੇਸ਼ਾ ਤੁਹਾਡੇ ਜਿਹੜੇ ਲਫ਼ਜ਼ ਆ ਉਹਨਾਂ ਨਾਲੋਂ ਵੱਧ ਬੋਲਦਾ ਹੁੰਦਾ। ਤੇ ਫਿਰ ਜਿਹੜੀ ਹੁਣ ਅਫਵਾਹਾਂ ਉੱਡ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਹੋਰੀ ਨੇ ਉਹ ਆਮ ਆਦਮੀ ਪਾਰਟੀ 'ਚ ਜਾ ਰਹੇ, ਪਰ ਹਰਪਾਲ ਚੀਮਾ ਹੋਰਾਂ ਨੇ ਬਿਆਨ ਵੀ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਸਾਡੀ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਫਿਰ ਕਿਸ ਚੀਜ਼ ਨੂੰ ਲੈ ਕੇ ਜਿਹੜੇ ਵਾਅਦ ਉਹ ਖੜੇ ਹੋ ਰਹੇ ਨੇ ਨਵਜੋਤ ਸਿੰਘ ਸਿੱਧੂ ਲਈ? ਦੇਖੋ ਮੈਨੂੰ ਲੱਗਦਾ ਇਹਦੇ 'ਚ ਕੋਈ ਬਹੁਤੀ ਸੱਚਾਈ ਨਹੀਂ ਹੈ। ਫਿਰ ਜੇ ਗੱਲ ਕਰੀਏ ਕਿ ਜੇ ਲੰਬੀ ਚੌੜੀ ਸੱਚਾਈ ਨਹੀਂ ਆ ਤੇ ਫਿਰ ਇਹਦੇ ਤੇ ਤਾਂ ਫਿਰ ਬਾਰ-ਬਾਰ ਨਵਜੋਤ ਸਿੰਘ ਸਿੱਧੂ ਵੀ ਕਹਿ ਰਹੇ ਆ ਕਿ ਮੈਂ ਆਜ਼ਾਦ ਹੋ ਗਿਆ, ਮੈਂ ਇੱਦਾਂ ਹੋ ਗਿਆ ਕਿ ਅਸੀਂ ਸੋਚਾਂਗੇ ਹਜੇ। ਤੇ ਫਿਰ ਐਡੇ ਜ਼ਿਆਦਾ ਸਿਆਸੀ ਜਿਹੜੇ ਪਹਿਰਾਵੇ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਕਿਉਂ ਫਵਾਹ ਉੱਡ ਰਹੀ ਹੈ? ਇਕੱਲੇ ਨਵਜੋਤ ਸਿੰਘ ਸਿੱਧੂ ਹੋ, ਬਾਕੀਆਂ ਦੀ ਵੀ ਤਾਂ ਉੱਡ ਸਕਦੀ ਹੈ। ਨਹੀਂ, ਨਵਜੋਤ ਸਿੰਘ ਸਿੱਧੂ ਇੱਕ ਸਟਾਰ ਹੈਗਾ, ਇਹਦੇ 'ਚ ਕੋਈ ਦੋ ਰਾਮਾ ਨਹੀਂ ਹੈ, ਇਮਾਨਦਾਰ ਬੰਦਾ ਹੈਗਾ, ਅੱਛਾ ਓਰੇਟਰ ਚੰਗਾ ਹੈਗਾ, ਉਹਦੇ 'ਚ ਚੰਗੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਈ ਵਾਰੀ ਕਈ ਪੋਲੀਟੀਸ਼ੀਅਨਸ ਦੇ ਵਿੱਚ ਨਹੀਂ ਹੁੰਦੀਆਂ ਹੈਗੀਆਂ। ਸੋ ਇਸ ਕਰਕੇ ਮੰਨ ਲਓ ਜੇ ਸਪੋਜ਼ ਮੈਂ ਇੰਡੀਆ ਦਾ ਕਪਤਾਨ ਰਿਹਾ ਹੈਗਾ ਤੇ ਉਹ ਦੂਜੇ ਬੰਦੇ ਨੂੰ ਉਹ ਪ੍ਰੈਰੋਗੇਟਿਵ ਨਹੀਂ ਹੁੰਦਾ ਜਿਹੜਾ ਮੈਨੂੰ ਹੈਗਾ। ਸੋ ਇਸ ਕਰਕੇ ਇਹ ਤਾਂ ਕੋਈ ਗੱਲ ਨਹੀਂ ਹੈ, ਕਿਉਂਕਿ ਇਹ ਅਫਵਾਹਾਂ ਉਡਣੀਆਂ ਜਾਂ ਵੀ ਆਹ ਹੋ ਗਿਆ ਜਾਂ ਆਹ ਹੋ ਗਿਆ, ਉਹ ਤਾਂ ਉਹਨਾਂ ਦਾ। ਸਿੰਘ ਜੀ, ਮੇਰਾ ਲਾਸਟ ਸਵਾਲ ਇਹ ਆ ਕਿ 3 ਸਾਲਾਂ ਦੇ ਵਿੱਚ ਜਿੰਨੀਆਂ ਆਪਾਂ ਅੱਜ ਗੱਲਾਂ ਕੀਤੀਆਂ, ਜਿੰਨੇ ਸਵਾਲ ਜਵਾਬ ਹੋਏ ਨੇ ਸਾਡੇ, ਉਹਨਾਂ ਤੋਂ ਇੱਕ ਕਨਕਲੂਜਨ ਨਿਕਲ ਕੇ ਸਾਹਮਣੇ ਮੈਨੂੰ ਲੱਗਦਾ ਆ ਹੀ ਗਿਆ ਕਿ ਕਿਤੇ ਨਾ ਕਿਤੇ ਕੈਪਟਨ ਸਾਹਿਬ ਦੀ ਸਰਕਾਰ ਜਿਹੜੀ ਆ ਉਹ ਨਾਕਾਮਯਾਬ ਰਹੀ ਆਪਣੇ ਕੰਮਾਂ ਨੂੰ ਲੈ ਕੇ। ਤੇ ਬਾਕੀ ਇਹ ਦੱਸੋ ਕਿ ਉਹਨਾਂ ਦੀ ਭੂਮਿਕਾ ਕੀ ਰਹੀ ਕਰੋਨਾ ਵਾਇਰਸ ਦੇ ਦੌਰਾਨ, ਕਿਉਂਕਿ ਰਾਸ਼ਨ ਕਪਲਾ ਜਿਹੜਾ ਵਾ ਉਹ ਵੀ ਉਹਨਾਂ ਨੇ ਇਲਜ਼ਾਮ ਲਗਾਏ ਨੇ ਸੁਖਬੀਰ ਬਾਦਲ ਹੋਰਾਂ ਨੇ ਕਿ ਰਾਸ਼ਨ ਵੀ ਲੋਕਾਂ ਤੱਕ ਜਿਹੜਾ ਮੁਹੱਈਆ ਨਹੀਂ ਕਰਵਾਇਆ ਗਿਆ, ਉੱਤੇ ਵੀ ਕਪਲਾ ਕੀਤਾ ਗਿਆ ਸੀ। ਨਹੀਂ ਦੇਖੋ, ਜਿਹੜੇ ਤਾਂ ਕਰੋਨਾ ਵਾਲੀ ਗੱਲ ਹੈਗੀ ਆ, ਕਰੋਨਾ ਦੇ ਵਿੱਚ ਤਾਂ ਦੇਖੋ ਰਿਸਰਚ ਕੋਈ ਨਹੀਂ ਸੀਗੀ, ਹਜੇ ਤੱਕ ਵੀ ਕੋਈ ਉਹਦਾ ਆਊਟਕਮ ਨਹੀਂ ਆਇਆ। ਅੱਛਾ, ਕਿਉਂਕਿ ਉਸ ਸਮੇਂ ਨੂੰ ਤੁਸੀਂ ਯਾਦ ਕਰਕੇ ਦੇਖੋ, ਲੋਕਾਂ 'ਚ ਬਹੁਤ ਵੱਡਾ ਡਰ ਸੀਗਾ ਉਹਦੇ ਵਿੱਚ, ਕਿਉਂਕਿ ਸਾਡੇ ਆਪਾਂ ਕਹੀਏ ਵੀ ਮੈਡੀਕਲ ਫੈਸਿਲਿਟੀਜ਼ ਜਿਹੜੀਆਂ ਹੈਲਥ ਡਿਪਾਰਟਮੈਂਟ ਕੋਈ ਬਹੁਤ ਜ਼ਿਆਦਾ ਚੰਗਾ ਹੈਗਾ,
ਇੰਨਾ ਚੰਗਾ ਨਹੀਂ ਹੈਗਾ। ਡਰ ਇਸ ਚੀਜ਼ ਦਾ ਸੀ ਕਿ ਜੇ ਨੰਬਰ ਬਹੁਤੇ ਵੱਧ ਗਏ ਤੇ ਕਿਤੇ ਸਿਸਟਮ ਕਲੈਪਸ ਹੀ ਨਾ ਕਰ ਜਾਏ, ਤਾਂ ਉਹਦੇ ਲਈ ਲੋਕਡਾਊਨ ਕਰਨਾ ਜਾਂ ਕਰਫਿਊ ਲਾਉਣਾ ਮੇਰਾ ਖਿਆਲ ਹੈ ਵੀ ਰਿਕੁਆਇਰਮੈਂਟ ਸੀਗੀ ਉਦੋਂ ਦੇ ਸਮੇਂ ਦੀ। ਔਰ ਦੂਸਰੀ ਗੱਲ ਹੈਗੀ ਆ ਜਿਹੜੀ ਰਾਸ਼ਨ ਵਾਲੀ ਗੱਲ, ਇੱਦਾਂ ਦੀ ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਕਿਉਂਕਿ ਸਾਡੇ ਜਿੰਨੇ ਵੀ ਅਸੀਂ MLA ਜਾਂ ਜਿਹੜੇ ਵੀ ਓਪੋਜੀਸ਼ਨ ਵਾਲੇ ਵੀ ਦੂਜਾ ਤੀਜਾ, ਮੈਂ ਤਾਂ ਆਪਣੇ ਹਲਕੇ ਦੀ ਗੱਲ ਕਰ ਸਕਦਾ, ਮੈਂ ਕਿਸੇ ਦੀ ਤਾਂ ਨਹੀਂ ਕਰ ਸਕਦਾ। ਜਿੰਨਾ ਵੀ ਮੈਨੂੰ ਰਾਸ਼ਨ ਦੇ ਪੈਕਟ ਆਉਂਦੇ ਸੀਗੇ, ਈਵਨ ਉਹਦੇ ਵਿੱਚ NGOs ਵੀ ਇਨਵੋਲਵ ਸੀਗੀਆਂ। ਅਸੀਂ ਇਹ ਗੱਲ ਕੀਤੀ ਬਹਿ ਕੇ ਵੀ ਜਿਹੜੇ NGOs ਵੀ ਆ ਉਹਨੀ ਵੀ ਜਿੱਥੇ ਦੇਣਾ, ਪਰ ਉਹ ਸਾਨੂੰ ਨੋਟ ਜ਼ਰੂਰ ਕਰਾ ਦਿਓ ਤਾਂ ਕਿ ਕਿਤੇ ਡਬਲਿੰਗ ਨਾ ਹੋਈ ਜਾਵੇ ਤੇ ਕਿਤੇ ਬਿਲਕੁਲ ਕੋਈ ਨਾ ਰਹਿ ਜਾਵੇ। ਸੋ ਇਸ ਕਰਕੇ ਇਸ ਸਿਸਟਮ ਦੇ ਵਿੱਚ ਇੱਕਾ ਦੁੱਕਾ ਤਾਂ ਹੋ ਸਕਦਾ ਵੀ ਕਿਤੇ ਨਾ ਪਹੁੰਚਿਆ ਹੋਵੇ, ਪਰ ਇਹੋ ਜੀ ਬਹੁਤੀ ਲੰਬੀ ਚੌੜੀ ਪ੍ਰੋਬਲਮ ਨਹੀਂ ਹੈ। ਸਾਰੇ MLAs ਬਾਹਰ ਸੀਗੇ ਜਦੋਂ ਕਰੋਨਾ ਚੱਲ ਰਿਹਾ ਸੀ, ਬਹੁਤ ਜ਼ਿਆਦਾ ਹਾਈ ਲੈਵਲ ਤੇ ਸੀਗਾ, ਹੁਣ ਵੀ ਹੈਗਾ ਨੋ ਡਾਊਟ, ਪਰ ਉਹਦੇ ਦੌਰਾਨ ਆਪੋਜੀਸ਼ਨ ਪਾਰਟੀ ਦਾ ਕਹਿਣਾ ਕਿ ਕੈਪਟਨ ਸਾਹਿਬ ਨੂੰ ਵੀ ਚਾਹੀਦਾ ਸੀ ਕਿ ਲੋਕਾਂ ਦੇ ਵਿੱਚ ਥੋੜਾ ਜਿਹਾ ਵਿਚਰਦੇ, ਲੋਕਾਂ ਦਾ ਹਾਲ ਚਾਲ ਪੁੱਛਦੇ, ਤੇ ਕੈਪਟਨ ਸਾਹਿਬ ਸਿਰਫ ਕਾਨਫਰੰਸ ਕਰਦੇ ਸੀਗੇ ਤੇ ਆਦੀ ਗੱਲ ਰੱਖ ਦਿੰਦੇ ਸੀ। ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੈਪਟਨ ਸਾਹਿਬ ਜੰਗਲਾਂ 'ਚ ਤਾਂ ਨਹੀਂ ਰਹਿੰਦੇ ਸੀ। ਨਹੀਂ, ਇਹ ਤਾਂ ਦੇਖੋ ਅਲਟੀਮੇਟਲੀ ਆਪਾਂ ਕਰੋਨਾ 'ਚ ਕਰ ਕੀ ਸਕਦੇ। ਅੱਜ ਹੁਣ ਆਪਾਂ ਕਿਉਂ ਮਾਸਕ ਪਾਏ ਆ, ਆਪਾਂ ਕਿਉਂ ਨਹੀਂ ਕੰਟੈਕਟ ਕਰ ਰਹੇ, ਉਹਦਾ ਕਾਰਨ ਤਾਂ ਇੱਕੋ ਹੀ ਆ ਨਾ ਵੀ ਆਪਾਂ, ਲੋਕਾਂ ਨੇ ਮੈਨੂੰ ਵੀ ਕਿਹਾ ਵੀ ਇਹ ਨਹੀਂ ਬਾਹਰ ਨਿਕਲਿਆ। ਇੱਥੇ ਮੇਰੇ ਕੋਲ ਇੱਕ NGO, 4-5 ਜਿਹੜੇ ਉਹ ਸਰਕਾਰੀ ਆਫੀਸ਼ਲ, ਅਸੀਂ ਜਿੱਥੇ ਜਿੱਥੇ ਵੀ ਪਹੁੰਚਾ ਸਕਦੇ ਸੀ, ਕਿਉਂਕਿ ਮੈਂ ਫੋਟੋਆਂ ਖਿਚਾਉਣ ਵਾਲਾ ਨਹੀਂ ਹੈਗਾ, ਕਿਉਂਕਿ ਅਲਟੀਮੇਟਲੀ ਬੰਦੇ ਕੋਲ ਉਹ ਚੀਜ਼ ਪਹੁੰਚਣੀ ਚਾਹੀਦੀ ਸੀਗੀ। ਮੇਰੇ ਜਿੰਨੇ ਕਾਉਂਸਲਰ ਆ ਨਹੀਂ ਵੀ ਜਿੱਥੇ ਹੈਗੇ, ਸੋ ਅਸੀਂ ਬੇਸਿਕਲੀ ਟਾਇਰਲੈਸਲੀ ਕੰਮ ਕੀਤਾ ਹੈਗਾ। ਕਿਉਂਕਿ ਅਲਟੀਮੇਟਲੀ ਕੀ ਹੁੰਦਾ ਕਿ ਕਿਉਂਕਿ ਜਿਹੜੇ ਯੰਗ ਬੰਦੇ ਹੈਗੇ ਆ ਉਹਨਾਂ ਨੂੰ ਕਈ ਵਾਰੀ ਸਿੰਪਟਮਸ ਨਹੀਂ ਆਉਂਦੇ, ਪਰ ਉਹ ਕੈਰੀਅਰ ਬਣ ਜਾਂਦੇ ਆ। ਆਪਾਂ ਇਸ ਚੀਜ਼ ਨੂੰ ਰੋਕਣਾ ਆ, ਨਾ ਕਿ ਆਪਾਂ ਕੋਈ ਦਿਖਾਵਾ ਕਰਨਾ ਵੀ ਅਸੀਂ ਕੋਈ ਦਿਖਾਵਾ ਕਰ ਰਹੇ ਹਾਂ। ਕੀ ਹੱਲ ਨਿਕਲੇਗਾ? ਜਿਹੜੇ ਬੇਰੋਜ਼ਗਾਰ ਨੌਜਵਾਨ ਜਿਹੜੇ ਰੋਜ਼ਗਾਰ 'ਚ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਦੇ ਛਾਂਟੀ ਕਰ ਦਿੱਤੀ ਗਈ ਹੈ, ਰੋਜ਼ਗਾਰ ਤੋਂ ਕੱਢ ਦਿੱਤਾ ਗਿਆ, ਬਹੁਤ ਸਾਰੇ ਇਹੋ ਜਿਹੇ ਲੋਕ ਨੇ। ਹੁਣ ਕੀ ਦੁਬਾਰਾ ਉਹਨਾਂ ਦੇ ਲਈ ਕੋਈ ਪ੍ਰੋਸੈਸ, ਕਿਉਂਕਿ ਪਹਿਲਾਂ ਵੀ ਬੇਰੋਜ਼ਗਾਰੀ ਭੱਤੇ ਭਰੇ ਹੋਏ ਸੀਗੇ, ਉਹ ਘਰਾਂ ਦੇ ਸ਼ਿੰਗਾਰ ਬਣ ਕੇ ਰਹਿ ਗਏ ਸੀਗੇ, ਕਿ ਹੁਣ ਦੁਬਾਰਾ ਉਹਨਾਂ ਬਾਰੇ ਕੁਝ ਸੋਚਿਆ ਜਾਏਗਾ ਸਰਕਾਰ ਵੱਲੋਂ? ਅਲਟੀਮੇਟਲੀ ਜਿੰਨੇ ਕੁ ਫਾਈਨੈਂਸਸ ਮੈਨੇਜ ਹੋ ਸਕਦੇ, ਦੇਖੋ ਪੰਜਾਬ ਤੇ 2.5 ਲੱਖ ਕਰੋੜ ਦਾ ਕਰਜ਼ਾ ਹੈਗਾ। ਇਹ ਸਮੇਂ ਦੀਆਂ ਸਰਕਾਰਾਂ ਨੇ ਜਿਹੜਾ ਕਰਜ਼ਾ ਉਹ ਲਿਆ, ਲੇਕਿਨ ਐਟ ਦਾ ਸੇਮ ਟਾਈਮ ਇਹਨਾਂ ਨੂੰ ਦੁਬਾਰਾ, ਕਿਉਂਕਿ ਇੰਡਸਟਰੀ ਦੁਬਾਰਾ ਲੀਹਾਂ ਤੇ ਆ ਜਾਵੇ, ਕਿਉਂਕਿ ਇੰਡਸਟਰੀ ਨੇ ਵੀ ਕਾਫੀ, ਕਿਉਂਕਿ ਉਹਨਾਂ ਤੇ ਵੀ ਇਸ ਗੱਲ ਦਾ ਪ੍ਰੈਸ਼ਰ ਹੈਗਾ। ਦੁਨੀਆ ਤੇ ਕਦੀ ਨਹੀਂ ਹੋਇਆ ਸੀ ਵੀ 3 ਮਹੀਨੇ ਲਈ ਸਾਰਾ ਕੁਝ ਹੀ ਬੰਦ ਹੋ ਜਾਵੇ। ਸੋ ਇਸ ਕਰਕੇ ਬਹੁਤ ਵੱਡੀਆਂ ਏਅਰਲਾਈਨ, ਬਹੁਤ ਵੱਡੀਆਂ ਕੰਟਰੀਆਂ ਵੀ ਉਹਦੇ ਵਿੱਚ ਜਿਹੜੇ ਕਿਤੇ ਨਾ ਕਿਤੇ ਉਹ ਕਲੈਪਸ ਕਰ ਗਈਆਂ। ਇਹਨੂੰ ਥੋੜ੍ਹਾ ਜਿਹਾ ਰਿਵਾਈਵ ਕਰਨ ਦੇ ਵਿੱਚ ਟਾਈਮ ਲੱਗੂਗਾ, ਔਰ ਮੇਰਾ ਖਿਆਲ ਹੈ ਸਰਕਾਰਾਂ ਦਾ ਇੱਧਰ ਨੂੰ ਐਫਰਟ ਹੈਗਾ ਵੀ ਇਹਨੂੰ ਕੋਸ਼ਿਸ਼ ਕਰਕੇ ਰਿਵਾਈਵ ਕੀਤਾ ਜਾਵੇ। ਪੈਕੇਜ ਦਾ ਤੁਸੀਂ ਜ਼ਿਕਰ ਕੀਤਾ, ਮੈਨੂੰ ਇੱਥੇ ਗੱਲ ਚੇਤਾ ਆਈ, ਅਸੀਂ ਇੱਕ ਵਾਰੀ ਧਰਮਸੋਤ ਹੋਰਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ, ਤਾਂ ਉਹਨਾਂ ਨੇ ਵੀ ਕਿਹਾ ਸੀਗਾ ਕਿ ਸਾਡੀ ਸਰਕਾਰ ਨੇ ਵੀ ਬੱਚਿਆਂ ਲਈ ਪੈਕੇਜ ਤਿਆਰ ਕੀਤੇ ਨੇ, ਉਹਨਾਂ ਨੂੰ ਮਿਲ ਰਹੇ ਨੇ, ਪਰ ਉਹ ਪ੍ਰੂਫ ਨਹੀਂ ਦੇ ਪਾਏ ਸੀਗੇ ਕਿ ਕਿੱਥੇ ਮਿਲ ਰਹੇ ਨੇ, ਤੇ ਉਹਨਾਂ ਨੇ ਇਹ ਕਹਿ ਦਿੱਤਾ ਸੀ ਬਸ ਮਿਲਣਗੀਆਂ। ਇੱਥੇ ਕੀ ਕਹਿਣਾ ਚਾਹੁੰਦੇ? ਤਾਂ ਕੈਪਟਨ ਸਾਹਿਬ ਨੇ ਵੀ ਕਿਹਾ ਸੀ ਘਰ ਘਰ ਨੌਕਰੀ। ਦੇਖੋ, ਜਿਹੜੀ ਨੌਕਰੀ ਦੀ ਗੱਲ ਹੈਗੀ ਆ ਉਹਦੇ ਵਿੱਚ ਇਹਨਾਂ ਨੇ ਪ੍ਰਾਈਵੇਟ ਸੈਕਟਰ ਨੂੰ ਵੀ ਜੋੜਿਆ ਹੈਗਾ, ਕਿਉਂਕਿ ਦੇਖੋ ਇਸ ਲੋਕਡਾਊਨ ਨਾਲ ਹੋਇਆ ਕਿ ਸਾਰੇ ਦਾ ਸਾਰਾ ਹੀ ਬੰਦ ਹੋ ਗਿਆ। ਇੱਕ ਬਿਜ਼ਨਸਮੈਨ ਆ, ਤੁਸੀਂ ਵੀ ਇੱਕ ਸਿਸਟਮ ਨੂੰ ਰਨ ਕਰਦੇ ਆ, ਤੁਸੀਂ ਵੀ ਇੱਕ ਸਿਸਟਮ ਦਾ ਹਿੱਸਾ ਹੁੰਦੇ ਆ। ਜੇ ਉਸ ਬਿਜ਼ਨਸ ਦੇ ਵਿੱਚ ਹੀ ਕਮੀ ਪੇਸ਼ੀ ਆ ਗਈ ਤਾਂ ਆਟੋਮੈਟਿਕਲੀ ਉਹਦੇ EMPLOYEES ਦੇ ਵਿੱਚ, ਕਿਉਂਕਿ ਉਹਨੇ ਬੰਦੇ ਨੇ ਘਰੋਂ ਤਾਂ ਤਨਖਾਹ ਦੇਣੀ ਨਹੀਂ, ਇੱਕ ਸਰਕਲ ਬਣਿਆ ਹੁੰਦਾ। ਸੋ ਇਸ ਕਰਕੇ ਉਹ ਸਰਕਲ ਟੁੱਟਾ ਹੈਗਾ। ਮੈਂ ਇਸ ਗੱਲ ਨਾਲ ਸਹਿਮਤ ਹੈਗਾ ਕਿ ਸਾਨੂੰ ਇਹਦੇ ਲਈ ਰਿਵਾਈਵਲ ਲਈ ਬਹੁਤ ਉਪਰਾਲੇ ਕਰਨ ਦੀ ਜ਼ਰੂਰਤ ਆ। ਇਹ ਸਿਰਫ ਇੱਕ ਕਰੋਨਾ ਵਰਗੀ ਮਹਾਮਾਰੀ ਨਹੀਂ ਹੈ, ਇਹ ਇਨਸਾਨੀਅਤ ਲਈ ਉਹਨੂੰ ਦੁਬਾਰਾ ਰਾਹ ਤੇ ਲਿਆਉਣ ਲਈ ਵੀ ਇੱਕ ਬਹੁਤ ਵੱਡੀ ਮਹਾਮਾਰੀ ਹੈਗੀ ਆ, ਜਿਹਦੇ ਵਿੱਚ ਸਾਨੂੰ ਸਭ ਨੂੰ ਰਲ ਕੇ ਉਪਰਾਲੇ ਜਿਹੜੇ ਉਹ ਕਰਨੇ ਚਾਹੀਦੇ। 3 ਸਾਲਾਂ ਦੇ ਵਿੱਚ ਹਜੇ ਸਾਰੀ ਤਿਆਰੀ ਚੱਲ ਰਹੀ ਹੈ ਕਿ ਨੌਕਰੀਆਂ ਮਿਲਣਗੀਆਂ, ਹਰ ਇੱਕ ਚੀਜ਼ ਜਿਹੜੀ ਆ ਪੰਜਾਬੀਆਂ ਨੂੰ ਮੁਹੱਈਆ ਕਰਵਾਈ ਜਾਏਗੀ। ਹੁਣ 3 ਸਾਲ ਬੀਤ ਗਏ ਆ ਤੇ 2 ਸਾਲ ਰਹਿ ਗਏ, ਮੈਨੂੰ ਲੱਗਦਾ ਉਹ ਵੀ ਥੋੜਾ ਘੱਟ ਸਮਾਂ ਬਹੁਤ ਨਜ਼ਦੀਕ ਆ ਰਿਹਾ, ਤੇ ਕੀ ਲੱਗਦਾ ਕਿ ਉਹ ਸਮੇਂ ਨੂੰ ਕਵਰ ਅਪ ਕਰ ਲਏਗੀ ਕਾਂਗਰਸ ਸਰਕਾਰ? ਦੇਖੋ, ਮੈਨੂੰ ਲੱਗਦਾ ਜੇ ਅੱਜ ਕਰਨ ਲੱਗ ਪਾਓ, ਜਦੋਂ ਜਾਗੋ ਉਦੋਂ ਹੀ ਸਵੇਰਾ, ਕਿਉਂਕਿ ਮੈਨੂੰ ਨਹੀਂ ਲੱਗਦਾ ਹੁੰਦਾ। ਦੇਖੋ, ਮੈਂ ਹਮੇਸ਼ਾ ਜਿਹੜਾ ਆ ਅੱਧਾ ਗਲਾਸ ਭਰਿਆ ਹੋਇਆ ਦੇਖਦਾ ਹੁੰਦਾ, ਅੱਧਾ ਖਾਲੀ ਨਹੀਂ ਦੇਖਦਾ। ਹਰ ਬੰਦੇ ਦਾ ਇੱਕ ਦੇਖਣ ਦਾ ਨਜ਼ਰੀਆ ਹੈਗਾ। ਸਾਨੂੰ ਦੇਖੋ ਕੀ ਆ ਕਿ ਸਾਡੇ ਤੇ ਇਹ ਫੈਕਟ ਹੈਗਾ ਕਿ ਪੰਜਾਬ ਦੇ ਉੱਤੇ 2.5 ਲੱਖ ਕਰੋੜ ਦਾ ਕਰਜ਼ਾ ਹੈਗਾ, ਕਿਉਂਕਿ ਇਹ ਘਰ ਤੇ ਹੋਵੇ,
ਇਹ ਕਿਸੇ ਪਿੰਡ ਤੇ ਹੋਵੇ, ਇਹ ਕਿਸੇ ਸੂਬੇ ਤੇ ਹੋਵੇ, ਕਿਸੇ ਦੇਸ਼ ਤੇ ਹੋਵੇ, ਉਹ ਸਾਨੂੰ ਫੈਕਟਸ ਦੇਖ ਲੈਣੇ ਚਾਹੀਦੇ, ਸਾਡੀ ਅਰਨਿੰਗ ਕੀ ਆ ਤੇ ਅਸੀਂ ਐਕਸਪੈਂਡੀਚਰ ਕੀ ਕਰਨਾ ਹੈਗਾ। ਆਪਾਂ ਜਦੋਂ ਹਰ ਚੀਜ਼ ਇੱਧਰ ਨੂੰ ਤੋਰਦੇ ਆ ਨਾ, ਤੇ ਫਿਰ ਸਾਡੀਆਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਆਪਾਂ ਸਾਰੇ ਰੋਲ ਪਲੇ ਕਰੀਏ। ਮੈਂ ਨਹੀਂ ਕਹਿੰਦਾ ਸਰਕਾਰਾਂ ਬਹੁਤ ਚੰਗਾ ਕੰਮ ਕਰਦੀਆਂ, ਆਪਾਂ ਹਰ ਚੀਜ਼ ਜਿਹੜੀ ਆ ਜਦੋਂ ਸਰਕਾਰ ਤੇ ਵੀ ਪਾਉਣ ਲੱਗ ਪੈਂਦੇ ਆ ਨਾ, ਤੇ ਉਦੋਂ ਵੀ ਕਿਤੇ ਨਾ ਕਿਤੇ, ਕਿਉਂਕਿ ਹੁਣ ਸਾਡੀ ਕਾਰਪੋਰੇਸ਼ਨ ਦੀ ਪ੍ਰੋਬਲਮ ਹੈਗੀ ਆ, ਕਿਉਂਕਿ ਜੇ ਰਿਕਵਰੀ ਨਹੀਂ ਕੋਈ ਕਰ ਰਿਹਾ, ਸਰਕਾਰੀ ਬਾਬੂ ਕਰਪਸ਼ਨ ਜਿਹੜੇ ਹਟਦੀ ਨਹੀਂ ਹੈ, ਠੀਕ ਹੈ ਨਾ। ਬਿਲਡਿੰਗ ਬ੍ਰਾਂਚ ਹੈ, ਜੇ ਉਹ ਰਿਕਵਰੀ ਨਹੀਂ ਕਰੂਗਾ ਅਲਟੀਮੇਟਲੀ ਐਕਸਪੈਂਸ ਕਿੱਥੋਂ ਹੋਊਗਾ, ਕਿਉਂਕਿ ਇੱਦਾਂ ਦੀ ਕੋਈ ਮਸ਼ੀਨ ਨਹੀਂ ਦੁਨੀਆ ਦੇ ਉੱਤੇ ਲੱਗੀ ਵੀ ਹਾਂ ਵੀ ਹਰ ਮਹਿਕਮੇ ਨੂੰ ਇੱਕ ਮਸ਼ੀਨ ਮਿਲ ਜਾਵੇ ਵੀ ਤੁਸੀਂ ਆਪਣੀ ਮਸ਼ੀਨ ਚਲਾ ਕੇ ਨੋਟ ਕੱਢੀ ਚਲੋ ਤੇ ਕੰਮ ਕਰੀ ਚਲੋ। ਦਿਸ ਇਜ਼ ਨਾਟ ਦਾ ਫੈਕਟ। ਸੋ ਇਸ ਕਰਕੇ ਸਾਨੂੰ ਇਹਦੇ ਤੇ ਕੰਮ ਕਰਨ ਦੀ ਸੀਰੀਅਸਲੀ ਸਾਰਿਆਂ ਨੂੰ ਜ਼ਰੂਰਤ ਹੈ। ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ। ਸੋ ਇਹ ਅਸੀਂ ਗੱਲ ਕੀਤੀ ਸੀ ਸਰਦਾਰ ਪ੍ਰਗਟ ਸਿੰਘ ਹੋਰਾਂ ਦੇ ਨਾਲ, ਜਿਹੜੇ ਜਲੰਧਰ ਕੈਂਟ ਦੇ MLA ਨੇ। ਸੋ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਗੱਲਾਂ 'ਚੋਂ ਨਿਕਲ ਕੇ ਆਇਆ ਕਿ ਕਿਤੇ ਨਾ ਕਿਤੇ ਸਾਡੇ ਪ੍ਰਾਈਮ ਮਿਨਿਸਟਰ ਵੀ ਨਾਕਾਮਯਾਬ ਨੇ ਸਿਸਟਮ ਨੂੰ ਲੈ ਕੇ, ਤੇ ਕਿਤੇ ਨਾ ਕਿਤੇ ਸਾਡੀ ਸਟੇਟ ਗਵਰਨਮੈਂਟ ਵੀ ਨਾਕਾਮਯਾਬ ਆ ਕੰਮ ਨੂੰ ਲੈ ਕੇ ਤੇ ਇੱਕ ਡਿਵੈਲਪਮੈਂਟ ਨੂੰ ਲੈ ਕੇ। ਸੋ ਆਉਣ ਵਾਲਾ ਸਮਾਂ ਦੱਸੇਗਾ। ਤੇ ਟਿੱਪਣੀ ਜਿਹੜੀ ਨਵਜੋਤ ਸਿੰਘ ਸਿੱਧੂ ਹੋਰਾਂ ਤੇ ਕੀਤੀ ਜਾ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਆਮ ਆਦਮੀ ਪਾਰਟੀ ਨੂੰ ਚੁਣਦੇ ਨੇ ਜਾਂ ਕਾਂਗਰਸ 'ਚ ਹੀ ਰਹਿੰਦੇ ਨੇ। ਸੋ ਇਸੇ ਦੇ ਨਾਲ ਮੈਨੂੰ ਕੀਰਤੀ ਨੂੰ ਦਿਓ ਇਜਾਜ਼ਤ। ਧੰਨਵਾਦ।